ਅਤੇ ਅਮਰ ਸ਼ਹੀਦਾਂ ਦੀ ਧਰਤੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਭਾਈ ਮੰਨਾ ਸਿੰਘ ਗੁਰਸ਼ਰਨ ਭਾਜੀ ਹੋਰਾਂ ਦੀ ਉਸ ਜਥੇਬੰਦੀ ਦੇ ਵੱਲੋਂ, ਜਿਸ ਭਾਈ ਮੰਨਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਤੱਕ ਆਪਣੇ ਮੋਢੇ ਦੇ ਉੱਤੇ ਕਿਤਾਬਾਂ ਦੇ ਬੈਗ ਜਿਹੜੇ ਟੰਗ ਕੇ ਤੇ ਪਿੰਡ-ਪਿੰਡ ਜਾ ਕੇ ਰੇਹੜੀਆਂ ਤੇ ਗੱਡੇ ਖਿੱਚ ਕੇ ਤੇ ਥੜਿਆਂ ਦੇ ਉੱਤੇ ਜਾ ਕੇ ਕਮੀਆਂ ਦੇ ਵਿਹੜਿਆਂ 'ਚ ਜਾ ਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਘਰਾਂ 'ਚ ਜਾ ਕੇ ਲੁੱਟੀ ਜਾਂਦੀ ਕਿਰਤ ਦੀ ਗੱਲ ਕੀਤੀ ਤੇ ਉਹਨਾਂ ਨੇ ਇਤਿਹਾਸ ਦੀ ਗੱਲ ਕੀਤੀ, ਆਪਣੇ ਸਮਾਜਿਕ ਸੱਭਿਆਚਾਰਕ ਮਸਲਿਆਂ ਦੀ ਗੱਲ ਕੀਤੀ। ਉਸ ਸੰਸਥਾ ਦੇ ਤੌਰ ਦੇ ਉੱਤੇ ਜਦੋਂ ਅਸੀਂ ਇਕੱਠੇ ਪਿਛਲੇ 49 ਸਾਲ ਤੋਂ ਕੰਮ ਕਰਦੇ ਰਹੇ, ਜਦੋਂ ਸਾਡੇ ਕੋਲੋਂ ਵਿਛੜ ਗਏ ਤਾਂ ਉਹਨਾਂ ਨੇ ਇਹ ਸੰਸਥਾ ਦੀ ਨੀਂਹ ਰੱਖੀ ਸੀ, ਉਹ ਬਾਨੀ ਪ੍ਰਧਾਨ ਸੀ। ਉਸ ਤੋਂ ਬਾਅਦ ਪੰਜਾਬ ਦੇ ਰੰਗਕਰਮੀਆਂ ਲੇਖਕਾਂ ਬੁੱਧੀਜੀਵੀਆਂ ਨੇ ਉਹ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਛੋਟੇ ਜਿਹੇ ਨਿੱਕੇ ਜਿਹੇ ਕੱਦ ਵਾਲੇ ਬੰਦੇ ਦੇ ਸਿਰ 'ਤੇ ਰੱਖੀ। ਆਸ ਕਰਾਂਗੇ ਕਿ ਆਖਰੀ ਸਾਹ ਤੱਕ ਵੀ ਉਹਨਾਂ ਦੀਆਂ ਪੈੜਾਂ ਨੂੰ ਦੀ ਧੂੜ ਨੂੰ ਸਲਾਮਤ ਰੱਖਿਆ ਜਾਵੇ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਵੱਲੋਂ ਅਸੀਂ ਪ੍ਰਣਾਮ ਕਰਦੇ ਹਾਂ ਮਹਾਨ ਕੂਕਾ ਲਹਿਰ ਦੀ ਇਸ ਧਰਤੀ ਨੂੰ, ਜਿਸ ਧਰਤੀ ਦੇ ਉੱਤੇ ਕੂਕਾ ਲਹਿਰ ਦੇ ਵੱਡੇ ਜੋੜ ਮੇਲੇ ਹੁੰਦੇ ਰਹੇ ਅਤੇ ਬਚਪਨ ਦੀ ਉਮਰ ਦੇ ਵਿੱਚ ਆਪਣੇ ਦਾਦੇ ਦੇ ਮੋਢਿਆਂ ਦੇ ਉੱਤੇ ਬੈਠ ਕੇ ਸ਼ਹੀਦ ਆਜ਼ਮ ਭਗਤ ਸਿੰਘ ਆਪਣੀ ਇਸ ਨਗਰੀ 'ਚ ਆਇਆ ਤੇ ਜਿਸ ਮੌਕੇ ਕੂਕਾ ਲਹਿਰ ਦੀਆਂ ਕਹਾਣੀਆਂ ਸੁਣੀਆਂ ਮੰਚ ਤੋਂ, ਤਾਂ ਉਹਨਾਂ ਨੇ ਆਪਣੇ ਦਾਦੇ ਨੂੰ ਪੁੱਛਿਆ ਵੀ ਦਾਦਾ ਜੀ ਕੀ ਗੱਲ ਹੈ ਕਿ ਉਹਨਾਂ ਨੂੰ ਤੋਪਾਂ ਨਾਲ ਕਿਉਂ ਉਡਾ ਦਿੱਤਾ ਗਿਆ ਸੀ। ਤੇ ਜਦੋਂ ਦਾਦੇ ਨੇ ਦੱਸਿਆ ਕਿ ਆਪਣਾ ਦੇਸ਼ ਗੁਲਾਮ ਹੈ, ਆਪਾਂ ਬਾਹਰੋਂ ਆਏ ਉਹਨਾਂ ਧਾੜਵੀਆਂ ਦੇ ਗੁਲਾਮ ਬਣਾਏ ਹੋਏ ਆ, ਇਸ ਕਰਕੇ ਜਿਹੜਾ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਹੈ, ਕਿਸੇ ਨੂੰ ਤੋਪਾਂ ਨਾਲ ਉਡਾਇਆ ਜਾਂਦਾ, ਕਿਸੇ ਨੂੰ ਕਾਲੇ ਪਾਣੀ ਭੇਜਿਆ ਜਾਂਦਾ ਹੈ ਤੇ ਕਿਸੇ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਤੇ ਕਿਸੇ ਦੇ ਹਿੱਸੇ ਗਲ 'ਚ ਫਾਂਸੀ ਦਾ ਰੱਸਾ ਆਉਂਦਾ ਤੇ ਉਹ ਬਾਲ ਮਨ ਦੀ ਉਹ ਸਲੇਟ ਦੇ ਉੱਤੇ ਉਹਨਾਂ ਦੇ ਉੱਤੇ ਗੂੜ੍ਹੀ ਤਰ੍ਹਾਂ ਦੇ ਨਾਲ ਇਹ ਕਹਾਣੀ ਉਕਰੀ ਗਈ, ਲਿਖੀ ਗਈ ਕਿ ਅੱਛਾ ਇਹ ਇਸ ਕਰਕੇ ਹੋ ਰਿਹਾ ਕਿ ਇਹ ਸਾਰਾ ਸਾਡਾ ਦੇਸ਼ ਜਿਹੜਾ ਹੈ ਬਾਹਰੋਂ ਆਇਆਂ ਦਾ ਗੁਲਾਮ ਹੈ। ਉਹ ਬਾਲ ਮਨ ਦੇ ਉੱਤੇ ਲਿਖੀਆਂ ਗਈਆਂ ਗੱਲਾਂ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਵੀ ਹੋਰ ਜ਼ਿਆਦਾ ਗੂੜ੍ਹੀਆਂ ਤੇ ਗਾੜ੍ਹੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ। ਉਸ ਧਰਤੀ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਪ੍ਰਣਾਮ ਕਰਦੇ ਹਾਂ ਇਹਨਾਂ ਦਿਨਾਂ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਾਡੇ ਕੋਲ ਦੀ ਗੁਜ਼ਰ ਕੇ ਗਿਆ ਹੈ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਭਾਈ ਦਿਆਲਾ ਜੀ ਹੋਰਾਂ ਦੇ ਅਤੇ ਇਸੇ ਤਰ੍ਹਾਂ ਦੇ ਨਾਲ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁਣੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਲੋਕਾਂ ਨੇ ਦੁਨੀਆ ਭਰ 'ਚ ਮਨਾਏ ਨੇ। ਅਗਲੇ ਦਿਨਾਂ 'ਚ ਅਸੀਂ ਨਤਮਸਤਕ ਹੋਣਾ ਹੈ ਬੇਗਮਪੁਰ ਦੇ ਵਾਸੀ ਨੂੰ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟੇ ਬੜੇ ਜਹਾਂ ਸਮ ਵਸੈ ਰਵਿਦਾਸ ਰਹੇ ਪ੍ਰਸੰਨ। ਜੇ ਉਹ ਬੇਗਮਪੁਰਾ ਵਸਿਆ ਹੁੰਦਾ ਤਾਂ ਆਪਾਂ ਨੇ ਹਨੇਰਾ ਨਹੀਂ ਸੀ ਢੋਣਾ। ਇਸ ਧਰਤੀ ਦੇ ਉੱਤੇ ਜਾਤ ਪਾਤ ਦਾ ਕੋਡ, ਇਹ ਵਿਤਕਰੇ ਦਾ ਕੋਡ, ਇਹ ਲੁੱਟਾਂ ਖਸੁੱਟਾਂ ਤੇ ਕੁੱਟਾਂ ਦਾ ਜਿਹੜਾ ਜਾਬਰਾਨਾ ਰਾਜ ਪ੍ਰਬੰਧ ਹੈ ਇੱਥੇ ਨਹੀਂ ਸੀ ਰਹਿਣਾ। ਜਿਹੜੀ ਲੜਾਈ ਅੱਜ ਵਰਦੇ ਹੋਏ ਮੀਂਹ 'ਚ ਦਿੱਲੀ ਦੀ ਸੜਕ ਦੇ ਉੱਤੇ ਮਜ਼ਦੂਰ ਤੇ ਕਿਸਾਨ ਸਾਡੀਆਂ ਮਾਵਾਂ ਤੇ ਭੈਣਾਂ ਲੜ ਰਹੀਆਂ ਨੇ, ਇਹੀ ਲੜਾਈ ਸੀ ਜਿਹੜੀ ਸਾਡੇ ਪੁਰਖਿਆਂ ਨੇ ਉਸ ਮੌਕੇ ਉਹਨਾਂ ਲੋਕਾਂ ਦੇ ਖਿਲਾਫ ਲੜੀ ਸੀ ਜਿਨ੍ਹਾਂ ਨੇ ਮਨੂ ਸਿਮਰਤੀ ਵਰਗੀਆਂ ਦੀਆਂ ਆਪੇ ਮਨ ਘੜਤ ਕਹਾਣੀਆਂ ਨਾਲ ਸਿਰਜ ਕੇ ਸਾਡੇ ਲੋਕਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਉਣ ਦਾ ਯਤਨ ਕੀਤਾ। ਪਰ ਪ੍ਰਣਾਮ ਉਹਨਾਂ ਕੰਨਾਂ ਨੂੰ, ਉਹ ਕੰਨ ਨਾ ਕਦੇ ਬੋਲੇ ਹੋਏ, ਨਾ ਉਹ ਅੱਖ ਕਦੇ ਦੇਖਣ ਤੋਂ ਹਟੀ ਤੇ ਨਾ ਹੀ ਉਹ ਜ਼ੁਬਾਨ ਬੰਦ ਕੀਤੀ ਗਈ ਜਿਹੜੀਆਂ ਜ਼ੁਬਾਨਾਂ ਖਿੱਚੀਆਂ ਗਈਆਂ ਸੀ। ਤਾਂ ਉਸ ਗਲੀ ਸੜੀ ਵਿਵਸਥਾ ਨੇ ਸਾਨੂੰ ਇਸ ਕਿਸਮ ਦਾ ਰਾਜ ਭਾਗ ਦਿੱਤਾ ਜਿਹੜਾ ਰਾਜ ਭਾਗ ਬੰਦੇ ਨੂੰ ਬੰਦਾ ਨਹੀਂ ਸਮਝਦਾ, ਜਿਹੜਾ ਰਾਜ ਭਾਗ ਚੋਰਾਂ ਉਚੱਕਿਆਂ ਨੂੰ, ਲਫੰਗਿਆਂ ਨੂੰ, ਧਾੜਵੀਆਂ ਨੂੰ, ਲੋਕਾਂ ਦੀ ਲੁੱਟ ਕਰਨ ਵਾਲਿਆਂ ਨੂੰ, ਵਹਿਸ਼ੀਆਂ ਨੂੰ, ਦਰਿੰਦਿਆਂ ਨੂੰ, ਹਿਟਲਰ ਦੀ ਸ਼ਕਲ 'ਚ ਬਦਲ ਕੇ ਦੁਨੀਆ 'ਚ ਆਉਣ ਵਾਲਿਆਂ ਨੂੰ ਰਾਜ ਭਾਗ ਦੇ ਸਿੰਘਾਸਨ ਦੇ ਤਖਤ ਪਾਵਿਆਂ ਦੇ ਉੱਤੇ ਬਿਠਾਉਂਦਾ ਹੈ ਤੇ ਉਹ ਕਮੀਆਂ ਦੇ, ਕਿਰਤੀਆਂ ਦੇ, ਕਿਸਾਨਾਂ ਤੇ ਮਜ਼ਦੂਰਾਂ ਦੇ ਮੋਢਿਆਂ ਦੇ ਉੱਤੇ ਸਵਾਰ ਹੋ ਕੇ ਰਹਿੰਦੇ ਨੇ। ਇਸ ਕਰਕੇ ਇਹ ਉਹੀ ਲੜਾਈ ਸੀ ਜਿਹੜੀ ਅੱਗੇ ਤੋਰੀ ਗਈ ਸੀ ਮਲਕ ਭਾਗੋ ਦੇ ਖਿਲਾਫ ਕਿ ਉਹਨਾਂ ਦੇ ਕੂੜਿਆਂ ਦੇ ਵਿੱਚ ਲਹੂ ਹੁੰਦਾ ਹੈ ਤੇ ਭਾਈ ਲਾਲੂ ਦੀ ਰੋਟੀ 'ਚ ਦੁੱਧ ਹੁੰਦਾ ਹੈ। ਤੇ ਉਹੀ ਲੜਾਈ ਹੈ ਜਿਹੜੀ ਬਾਬਰ ਨੂੰ ਬੰਗਾਰਦੀ ਸੀ। ਇਹ ਉਹੀ ਲੜਾਈ ਹੈ ਜਿਹੜੀ ਕਹਿੰਦੀ ਸੀ ਕਿ ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਜਿਹਨੇ ਆਵਾਜ਼ ਦਿੱਤੀ ਸੀ ਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਅੱਜ ਜੋਰੀ ਕਿਸੇ ਦੀ ਜ਼ਮੀਨ ਖੋਣਗੇ, ਕਿਸੇ ਦੀ ਰੋਟੀ ਖੋਣਗੇ, ਕਿਸੇ ਦਾ ਰੁਜ਼ਗਾਰ ਖੋਣਗੇ ਤੇ ਕਿਸੇ ਦੀ ਜ਼ਿੰਦਗੀ ਖੋਣਗੇ। ਆਬਰੂ ਖੋਈਆਂ, ਇੱਜ਼ਤਾਂ ਖੋਈਆਂ ਜਾ ਰਹੀਆਂ ਨੇ ਪੂਰੇ ਮੁਲਕ ਦੇ ਅੰਦਰ। ਉਸ ਦੌਰ ਦੇ ਅੰਦਰ ਬਹੁਤ ਹੀ ਜ਼ਿੰਦਗੀ ਦਾ ਆਪਣਾ ਕਮਾਲ ਦਾ ਕਦਮ ਤੇ ਸਫਾ ਹੋਵੇਗਾ ਆਪਣੀ ਜ਼ਿੰਦਗੀ ਦਾ, ਜਿਸ ਦਿਨ ਆਪਾਂ ਇਹ ਸਮਝ ਜਾਵਾਂਗੇ ਕਿ ਦਿੱਲੀ ਦੀਆਂ ਸੜਕਾਂ ਤੇ ਉੱਠੀ ਹੋਈ ਲੜਾਈ ਨਾ ਇਹ ਪਹਿਲੀ ਹੈ ਤੇ ਨਾ ਇਹ ਆਖਰੀ ਹੈ।
ਜਿੱਤ ਕੇ ਵੀ ਨਿਕਲਿਆ ਹੀ ਆਪਾਂ, ਤਦ ਵੀ ਇਹ ਲੜਾਈ ਆਖਰੀ ਲੜਾਈ ਨਹੀਂ ਹੈ, ਇਹ ਲੜਾਈ ਫਿਰ ਵੀ ਜਾਰੀ ਰੱਖਣੀ ਪੈਣੀ ਆ। ਉਹ ਕਿਉਂਕਿ ਪ੍ਰਬੰਧ ਵਿਵਸਥਾ ਜਿਹੜੀ ਹੈ, ਜਿਹੜੀ ਕਾਲੇ ਕਾਨੂੰਨਾਂ ਨੂੰ ਜਨਮ ਦਿੰਦੀ ਹੈ, ਜਿਹੜੀ ਵਿਦੇਸ਼ੀ ਕੰਪਨੀਆਂ ਨੂੰ ਸਾਡੇ ਸਿਰਾਂ ਦੇ ਉੱਤੇ ਨਵੇਂ ਬਾਬਰਾਂ ਨੂੰ ਚਾੜਨ ਵਾਸਤੇ ਆਪਣੀਆਂ ਪਲਕਾਂ ਵਿਛਾਉਂਦੀ ਹੈ, ਆਪਣੇ ਗਲੀਚੇ ਵਸਾਉਂਦੀ ਹੈ, ਉਹ ਇਹ ਵਿਵਸਥਾ ਹੈ। ਤੇ ਉਸ ਵਿਵਸਥਾ ਦੇ ਵਿੱਚੋਂ ਥੋਹਰ ਉੱਗਦੀ ਹੈ। ਉਸ ਥੋਹਰ ਦਾ ਨਾਂ ਕਦੇ ਮੋਦੀ ਹੁੰਦਾ ਹੈ, ਕਦੇ ਉਹਦਾ ਨਾਂ ਬਦਲ ਵੀ ਸਕਦਾ ਕੱਲ੍ਹ ਨੂੰ। ਸੋ ਇਹ ਚੀਜ਼ਾਂ ਉਹਨਾਂ ਦੇ ਡਰਾਈਵਰ ਨੇ, ਇਹ ਉਹਨਾਂ ਦੇ ਮੁਨਸ਼ੀ ਰੱਖੇ ਹੋਏ ਨੇ, ਇਹ ਉਹਨਾਂ ਦੇ ਪ੍ਰਾਪਰਟੀ ਡੀਲਰ ਨੇ। ਇਹ ਸਭ ਕੁਝ ਨਹੀਂ ਹੈਗੇ ਜਿਹੜੇ ਸਾਹਮਣੇ ਦਿਖਾਈ ਦਿੰਦੇ ਹੁੰਦੇ ਨੇ। ਅਸਲ ਦੇ ਵਿੱਚ ਇਹ ਚਾਬੀ ਵਾਲੇ ਖਿਡੌਣੇ ਨੇ ਜਿਹੜੇ ਸਾਡੇ ਵਾਸਤੇ ਐਂ ਬਣ ਕੇ ਰਹਿ ਜਾਂਦੇ ਨੇ ਕਿ ਪਤਾ ਨਹੀਂ ਇਹਨੂੰ ਮੱਤ ਨਹੀਂ ਆਉਂਦੀ, ਇਹ ਸੰਭਲਦਾ ਨਹੀਂ ਹੈ, ਇਹਨੂੰ ਰਹਿਮ ਨਹੀਂ ਆਉਂਦਾ, ਇਹਨੂੰ ਮੀਂਹ ਪੈਂਦੇ ਦਾ ਨਹੀਂ ਪਤਾ, ਇਹਨੂੰ ਠੰਡ ਦਾ ਨਹੀਂ ਪਤਾ, ਇਹਨੂੰ ਬਲੂਰ ਜਿਹੜੇ ਨੇ ਸੜਕਾਂ ਦੇ ਉੱਤੇ ਰੁਲ ਰਹੇ ਨੇ ਉਹਦਾ ਨਹੀਂ ਪਤਾ, ਨਵਾਂ ਸਾਲ ਚੜ੍ਹ ਜੇ ਜਾਂ ਉਤਰ ਜੇ ਇਹਨੂੰ ਪਤਾ ਨਹੀਂ ਹੈ, ਕੋਈ ਇਹਨੂੰ ਆਵਾਜ਼ ਨਹੀਂ ਸੁਣਦੀ ਵੀ ਇਹਦਾ ਇਹੋ ਜਿਹਾ ਕਿਉਂ ਆਏ, ਕਾਹਤੇ ਕਰਦਾ। ਇਹ ਗੱਲ ਉਹਨਾਂ ਬੰਦਿਆਂ ਨਾਲ ਨਹੀਂ ਇਕੱਲੀ ਜੁੜੀ ਹੋਈ, ਇਹ ਇੱਕ ਪੂਰੀ ਵਿਵਸਥਾ ਹੈ। ਔਰ ਉਹ ਵਿਵਸਥਾ ਦੀਆਂ ਡੋਰਾਂ ਪੂਰੀ ਦੁਨੀਆ ਤੱਕ ਫੈਲੀਆਂ ਹੋਈਆਂ ਨੇ। ਦੁਨੀਆ ਦੇ ਕਾਰਪੋਰੇਟ ਘਰਾਣੇ ਨੇ। ਤੁਹਾਡੀ ਆਪਣੀ ਨਗਰ ਦੇ ਵਿੱਚ ਵੀ ਨੌਜਵਾਨ ਸਭਾ ਵਾਲੇ ਸਾਥੀ, ਹੋਰ ਕਿਸਾਨ ਜਥੇਬੰਦੀਆਂ ਦੇ ਸਾਥੀ, ਹੋਰ ਸੂਝਵਾਨ ਵਿਦਵਾਨ ਸਾਥੀ ਤੁਹਾਨੂੰ ਵੀ ਵਰਿਆਂ ਤੋਂ ਦੱਸਦੇ ਰਹੇ ਹੋਣਗੇ। ਅਸੀਂ ਵੀ ਉਹਨਾਂ ਦੀ ਵਿੱਚੋਂ ਛੋਟਾ ਮੋਟਾ ਨਿੱਕਾ ਜਿਹਾ ਦੀਵਾ ਜਗਾਉਣ ਵਾਲੇ ਲੋਕ ਆ। 1971-72 ਤੋਂ ਲੈ ਕੇ ਜਦੋਂ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਦਾ ਸੀ GNE ਕਾਲਜ 'ਚ, ਅਸੀਂ ਉਸ ਮੌਕੇ ਤੋਂ ਭਾਗਾਂ ਵਾਲੇ ਆ ਕਿ ਮੇਰਾ ਪ੍ਰੋਫੈਸਰ ਮਨਵਿੰਦਰਜੀਤ ਸਿੰਘ ਵੜੈਚ ਸੀ, ਜਿਹੜਾ ਬਹੁਤ ਵੱਡਾ ਇਤਿਹਾਸਕਾਰ ਹੈ, ਬਹੁਤ ਵੱਡਾ ਲੇਖਕ ਹੈ। ਉਹਨਾਂ ਨੇ ਸਾਨੂੰ ਜੋ ਦੱਸਿਆ ਤੇ ਉਸ ਵੇਲੇ ਤੋਂ ਸਾਨੂੰ ਇਹ ਸਮਝ ਆ ਗਈ ਸੀ ਕਿ ਸਾਡੇ ਦੇਸ਼ 'ਚ 1947 'ਚ ਆਜ਼ਾਦੀ ਅਸਲ 'ਚ ਮਿਹਨਤ ਕਰਨ ਵਾਲੇ ਲੋਕਾਂ ਦੇ ਹਿੱਸੇ ਆਈ ਨਹੀਂ। ਇਸੇ ਕਰਕੇ ਗੁਰਦਾਸ ਰਾਮ ਆਲਮ ਨੇ ਆਪਣੀ ਕਲਮ ਚੱਕ ਕੇ ਕਿਹਾ ਸੀ, ਕਿਉਂ ਵੀ ਨਿਹਾਲਿਆ ਆਜ਼ਾਦੀ ਨਹੀਂ ਵੇਖੀ, ਕਹਿੰਦਾ ਨਾ ਵੇਖੀ ਨਾ ਖਾਧੀ, ਸੁਣਿਆ ਕਿ ਅੰਬਾਲੇ ਖੜੀ ਸੀ, ਇਹ ਵੀ ਪਤਾ ਲੱਗਿਆ ਕਿ ਉਹ ਸ਼ਾਹਾਂ ਦੇ ਘਰ 'ਚ ਵੜੀ ਸੀ ਤੇ ਕਿਰਤੀ ਦੇ ਘਰ ਦੇ ਨਾਲ ਲੜੀ ਸੀ। ਤੇ ਸਾਡੇ ਨਾਲ ਤਾਂ ਉਹ ਲੜੀ ਹੋਈ ਆ ਪਹਿਲਾਂ ਦੀ ਹੋਈ। ਜੇ ਉਦੋਂ ਹੀ 47 'ਚ ਇਹ ਪਾਸਾ ਪਲਟਿਆ ਹੋਇਆ ਹੁੰਦਾ ਤਾਂ ਅੱਜ ਦਿਨ ਕੁਝ ਹੋਰ ਹੋਣੇ ਸੀ। ਫਿਰ ਇਹ ਕਹਾਣੀ ਵੰਡ ਨਹੀਂ ਸੀ ਹੋਣੀ, ਫਿਰ ਇਹ ਨਹੀਂ ਸੀ ਹੋਣੀ ਕਿ ਪਿੜਾਂ ਨੂੰ ਸਵਾਰਨ ਵਾਲਾ ਤੇ ਆਪਣੇ ਬੱਗੇ ਤੇ ਨਾਰੇ ਬੈੜਕਿਆਂ ਦੀਆਂ ਟੱਲੀਆਂ ਦੇ ਗਲ 'ਚ ਪਾ ਕੇ ਸੰਗੀਤ ਸੁਣਾਉਣ ਵਾਲਾ ਬੰਦਾ ਬੈਣਾਂ ਨੂੰ ਸੁਣਨ ਲੱਗ ਜਾਂਦਾ। ਫਿਰ ਇਹ ਦਿਨ ਨਹੀਂ ਸੀ ਆਉਣੇ ਕਿ ਅਸੀਂ ਸੂਰਜਮੁਖੀ ਲਾ ਕੇ ਇਸ ਧਰਤੀ ਦੇ ਉੱਤੇ ਇਹ ਬੰਦ ਹੀ ਕਰ ਸੂਰਜਮੁਖੀ ਲਾਈ, ਸੂਰਜਮੁਖੀ ਦੇ ਨਾਲ ਖੇਤ ਹੱਸਣ ਲੱਗੇ, ਪਰ ਸੂਰਜਮੁਖੀ ਲਾਉਣ ਵਾਲੇ ਰੋਣ ਲਾ ਦਿੱਤੇ। ਅਸੀਂ ਖੇਤਾਂ 'ਚ ਨਰਮਾ ਖਿੜਖਿੜ ਕਰਕੇ ਹੱਸਣ ਲਾਇਆ, ਪਰ ਸਾਡੀਆਂ ਧੀਆਂ ਧਾਹਾਂ ਮਾਰਨ ਲੱਗੀਆਂ। ਇਹ ਕੀ ਕਾਰਨ ਹੈ, ਵਜ੍ਹਾ ਕੀ ਹੈ? ਮਿਹਨਤ ਕਰਨ ਵਾਲੇ ਲੋਕ, ਕਿਰਤਾਂ ਕਰਨ ਵਾਲੇ ਲੋਕ ਜਿਹੜੇ ਇਸ ਧਰਤੀ ਦੇ ਉੱਤੇ ਲਹਿਰਾਂ ਬਹਿਰਾਂ ਲਾਉਂਦੇ ਨੇ, ਨਹਿਰਾਂ ਕੱਢਦੇ ਨੇ, ਪਹਾੜਾਂ ਨੂੰ ਚੀਰਦੇ ਨੇ, ਬਿਜਲੀ ਦੇ ਖੰਭੇ ਖਿੱਚਦੇ ਨੇ, ਰੇਲਵੇ ਦੀਆਂ ਲਾਈਨਾਂ ਵਿਛਾਉਂਦੇ ਨੇ, ਅਸਮਾਨ ਨੂੰ ਛੋਹ ਦੀਆਂ ਬਿਲਡਿੰਗਾਂ ਬਣਾਉਂਦੇ ਨੇ। ਜਦੋਂ ਬਣ ਜੇ ਅੰਦਰ ਵੜਨ ਦਾ, ਪੈਰ ਪਾਉਣ ਦਾ ਵੀ ਹੁਕਮ ਨਹੀਂ, ਚੱਕ ਕੇ ਅਗਲੀ ਜੁੱਲੀ ਤਪੜੀ ਕਹਿੰਦੇ ਚੱਕੋ ਬਾਹਰ ਮਾਰਦੇ ਆ। ਸੋ ਇਹ ਵਿਵਸਥਾ, ਇਹ ਪ੍ਰਬੰਧ ਮਨੁੱਖ ਨੂੰ ਮਖੌਲ ਵੀ ਕਰਦਾ, ਬੇਅਦਬੀ ਵੀ ਕਰਦਾ ਉਹਦੀ। ਤੇ ਜਿਸ ਦਿਨ ਉਸ ਮਨੁੱਖ ਦੀਆਂ ਦੋ ਅੱਖਾਂ ਤੋਂ ਅਗਲੀ ਇੱਕ ਅੱਖ, ਤੀਜੀ ਅੱਖ, ਜਿਸ ਦਿਨ ਉਹ ਤੀਜੀ ਅੱਖ ਖੁੱਲ੍ਹ ਜਾਵੇ, ਫਿਰ ਉਹਦੇ ਵਿੱਚੋਂ ਆਜ਼ਾਦੀ ਉੱਠਦੀ ਆ, ਉਹਦੇ ਵਿੱਚ ਬਗਾਵਤਾਂ ਉੱਠਦੀਆਂ ਨੇ, ਉਹਦੇ ਵਿੱਚ ਤਬਦੀਲੀ ਉੱਠਦੀ ਆ। ਤੇ ਉਸ ਤਬਦੀਲੀ ਦੇ ਉੱਠਣ ਤੋਂ ਪਹਿਲਾਂ ਫਿਰ ਬਹੁਤ ਤਰ੍ਹਾਂ ਦੇ ਮਸਲੇ ਆਉਂਦੇ ਨੇ। ਕਈ ਵਾਰੀ ਉਹ ਮਸਲਾ ਖੇਤੀ ਕਾਨੂੰਨਾਂ ਦਾ ਆਉਂਦਾ, ਕਈ ਵਾਰੀ ਰੋਟੀ ਰੋਜੀ ਦਾ ਆਉਂਦਾ, ਕਈ ਵਾਰੀ ਜਾਤ ਪਾਤ ਦਾ ਆਉਂਦਾ, ਕਈ ਵਾਰੀ ਬੋਲੀ ਦਾ ਹੀ ਆਉਂਦਾ, ਤੇ ਕਈ ਵਾਰੀ ਉਹ ਮਸਲਾ ਇਹ ਸ਼ਕਲ ਦੇ ਵਿੱਚ ਵੀ ਉੱਠ ਕੇ ਆਉਂਦਾ ਹੈ ਕਿ ਸਾਡੇ ਹਿੱਸੇ ਦੀ ਜ਼ਮੀਨ ਕਿੱਥੇ ਗਈ, ਤੇ ਜਿਹੜੀ ਸਾਡੇ ਹਿੱਸੇ ਅੱਜ ਆਈ ਹੈ ਇਹ ਵੀ ਕੱਲ੍ਹ ਨੂੰ ਰਹਿ ਜਾਊਗੀ ਕਿ ਨਹੀਂ ਰਹਿ ਜਾਊਗੀ। ਤਾਂ ਉਸ ਮੌਕੇ ਫਿਰ ਉਹਨਾਂ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਬਹੁਤ ਪਹਿਲਾਂ ਲੋਕਾਂ ਨੂੰ ਇਹ ਕਿਹਾ ਸੀ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਵੇ ਤੂੜੀ ਵਿੱਚੋਂ ਪੁੱਤ ਜਗਿਆ। ਇਹ ਜਿਹੜੇ ਲੋਕ ਇੱਕੋ ਹੀ ਸੁਹਾਗੇ ਦੇ ਸੱਜੇ ਤੇ ਖੱਬੇ ਬੈਠਦੇ ਸੀ, ਜਿਹੜੇ ਇਕੱਠੇ ਇੱਕੋ ਹੀ ਬੇਲਣੇ ਦੇ ਉੱਤੇ ਗੰਡੇ ਕੋਈ ਲਾਉਂਦਾ ਸੀ, ਕੋਈ ਬਲਦਾਂ ਨੂੰ ਹੱਕਦਾ ਸੀ, ਤੇ ਕੋਈ ਕੜਾਹੇ ਦੇ ਦੁਆਲੇ ਹੁੰਦਾ ਸੀ। ਉਹਨਾਂ ਦੀਆਂ ਸਾਂਝਾਂ ਤਬਾਹ ਕੀਤੀਆਂ ਗਈਆਂ ਬਹੁਤ ਲੰਮੇ ਸਮੇਂ ਤੋਂ। ਅਲੱਗ-ਅਲੱਗ ਫੈਕਟਰ ਨੇ ਕਿੰਨੇ ਸਾਰਿਆਂ ਦੇ ਨਾਲ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੇ ਆਹ ਤਾਕਤ ਮਜ਼ਦੂਰ ਤੇ ਕਿਸਾਨ ਦੀ ਤਾਕਤ ਦੀ ਗਲਵੱਕੜੀ ਪੈ ਗਈ, ਜੇ ਜੋਟੀ ਪੈ ਗਈ, ਤਾਂ ਉਸ ਤੋਂ ਬਾਅਦ ਸਾਡੀਆਂ ਚੰਮਦੀਆਂ ਨਹੀਂ ਚੱਲਣੀਆਂ। ਜਿਹੜੀਆਂ ਅਸੀਂ ਆਪਣੀਆਂ ਪੰਜੇ ਉਂਗਲੀਆਂ ਘਿਓ 'ਚ ਦੇ ਕੇ ਰੱਖਦੇ ਹਾਂ, ਇਹ ਫਿਰ ਇਦਾਂ ਨਹੀਂ ਚੱਲਣਗੀਆਂ, ਮਾਨਾਈਆਂ ਨਹੀਂ ਚੱਲਣਗੀਆਂ। ਇਸ ਕਰਕੇ ਇਸ ਹਾਲਤ ਨੂੰ ਸਮਝ ਕੇ ਸਾਡੇ ਵਾਸਤੇ ਸਾਡੀ ਤਾਕਤ ਇਸ ਗੱਲ ਨੇ ਤਾਂ ਹੀ ਬਣਨਾ ਜੇ ਅਸੀਂ ਆਪਣੇ ਇਤਿਹਾਸ ਤੇ ਆਪਣੀ ਵਿਰਾਸਤ ਨਾਲ ਪਿੱਠ ਜੋੜ ਕੇ ਖੜਾਂਗੇ ਕਿ ਵੀ ਸਾਡੀ ਵਿਰਾਸਤ ਐਡੀ ਅਮੀਰ, ਐਡੀ ਕਮਾਲ ਦਾ ਸਾਡਾ ਇਤਿਹਾਸ, ਤੇ ਸਾਨੂੰ ਅੱਜ ਇਹਨਾਂ ਨੇ ਬਿਲਕੁਲ ਕੰਗਾਲ ਤੇ ਇਸ ਤਰ੍ਹਾਂ ਦੇ ਬਣਾ ਕੇ ਰੱਖ ਦਿੱਤਾ ਕਿ ਤੁਹਾਨੂੰ ਅਕਲ ਨਹੀਂ, ਗਿਆਨ ਨਹੀਂ ਹੁੰਦਾ, ਬੁੱਧੂ ਨੇ, ਜਿੱਦਾਂ ਮਰਜ਼ੀ ਚੰਮਦੀਆਂ ਚਲਾਈ ਚੱਲੋ ਤੇ ਇਹ ਕੁਛ ਨਹੀਂ ਕਰ ਸਕਦੇ। ਇਸ ਕਰਕੇ ਅੱਜ ਜਿਹੜੇ ਕਾਫਲੇ ਗੁਜ਼ਰ ਕੇ ਗਏ ਨੇ,
ਉਹਨਾਂ ਰਾਹਾਂ ਤੋਂ ਗਏ ਨੇ ਜਿਨ੍ਹਾਂ ਰਾਹਾਂ ਤੋਂ ਗੁਰੂ ਤੇਗ ਬਹਾਦਰ ਜੀ ਗਏ ਸੀ। ਉਹਨਾਂ ਦੀਆਂ ਪੈੜਾਂ ਨੂੰ ਆਪਣੀਆਂ ਮਸਤਕ ਦੇ ਨਾਲ ਉਹਨਾਂ ਧੂੜ ਨੂੰ ਚੁੱਕ ਕੇ ਲਾਉਂਦੇ ਹੋਏ ਗਏ ਨੇ ਜਦੋਂ ਉਹਨਾਂ ਨੇ ਜਾ ਕੇ ਸ਼ਹਾਦਤਾਂ ਦਿੱਤੀਆਂ ਨੇ। ਸੋ ਇਸ ਦੌਰ ਦੇ ਅੰਦਰ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਰੰਗ ਬਰੰਗੇ ਨਗਰ ਵਸਾਏ। ਚਾਚਾ ਅਜੀਤ ਸਿੰਘ ਨਗਰ, ਬਾਬਾ ਬੰਦਾ ਸਿੰਘ ਬਹਾਦਰ ਨਗਰ, ਸ਼ਹੀਦ ਭਗਤ ਸਿੰਘ ਨਗਰ, ਗਦਰੀ ਗੁਲਾਬ ਕੌਰ ਨਗਰ ਤੇ ਸ਼ਹੀਦ ਅਸ਼ਫਾਕ ਉੱਲਾ ਖਾਂ ਨਗਰ। ਉਹ ਬਣਾ ਕੇ ਮੋਦੀ ਦੀ ਹਿੱਕ ਤੇ ਚੜ੍ਹ ਕੇ ਦੱਸਿਆ ਕਿ ਤੁਹਾਡਾ ਨਾਰਾ ਤਾਂ RSS ਦਾ ਤਾਂ ਨਾਰਾ ਇਹ ਹੈ ਕਿ ਇਸ ਧਰਤੀ ਦੇ ਉੱਤੇ ਦਲਿਤਾਂ ਨੂੰ ਬੰਦੇ ਹੀ ਨਹੀਂ ਸਮਝਣਾ। ਤੁਹਾਡਾ ਨਾਰਾ ਇਹ ਹੈ ਕਿ ਮੁਸਲਮਾਨ ਜਾਂ ਕਬਰਿਸਤਾਨ ਹੋਣਗੇ ਜਾਂ ਪਾਕਿਸਤਾਨ ਘੱਲਾਂਗੇ। NPR ਲਿਆਂਦੀ, NCR ਲਿਆਂਦੀ, ਨੋਟਬੰਦੀ ਲੈ ਕੇ ਆਂਦੀ, GST ਲੈ ਕੇ ਆਂਦੀ। ਉਹਨਾਂ ਨੇ ਸਮਝ ਲਿਆ 370 ਧਾਰਾ ਲਿਆਂਦੀ। 2 ਸਾਲ ਹੋ ਗਏ ਕਸ਼ਮੀਰ ਦੇ ਲੋਕਾਂ ਨੂੰ ਕੁੱਟ ਕੇ ਅੰਦਰ ਵਾੜਿਆ, ਸਾਰਾ ਨੈੱਟ ਬੰਦ ਕੀਤਾ, ਕੋਈ ਨੈੱਟ ਨਹੀਂ ਚੱਲਦਾ। ਨਾਲ ਆਪਣਾ ਗੁਆਂਢੀ ਸੂਬਾ ਉੱਥੋਂ ਦਾ, ਮੈਂ ਉੱਥੇ ਲਗਭਗ 22 ਦਿਨ ਇਕੱਠਾ ਹੁਣ ਦਿੱਲੀ ਮੋਰਚੇ ਤੇ ਰਿਹਾ। ਉੱਥੇ ਨੈੱਟ ਨਹੀਂ, ਬਹੁਤ ਘੱਟ ਨੈੱਟ ਚੱਲਦਾ, ਬਹੁਤ ਪ੍ਰੋਬਲਮ ਆਉਂਦੀ ਹੈ। ਜੈਮਰ ਲਾਏ ਨੇ, ਕੀ ਕਰਿਆ ਹੋਇਆ ਇਹਨਾਂ ਲੋਕਾਂ ਨੇ। ਇਹਨਾਂ 22 ਦਿਨਾਂ ਦੇ ਵਿੱਚ ਸਾਡੀ ਤੋਬਾ ਹੋ ਗਈ ਵੀ ਯਾਰ ਗੱਲ ਨਹੀਂ ਹੁੰਦੀ, ਨੈੱਟ ਨਹੀਂ ਚੱਲਦਾ, ਅਪਲੋਡ ਨਹੀਂ ਹੁੰਦਾ, ਫੇਸਬੁੱਕ ਤੇ ਨਹੀਂ ਕੁਝ ਪਾਇਆ ਜਾਂਦਾ, ਪ੍ਰੋਬਲਮਾਂ ਆਉਂਦੀਆਂ ਨੇ। ਕਦੇ ਕਿਤੇ ਜਾਈਦਾ, ਫਿਰ ਪਿੰਡਾਂ 'ਚ ਜਾਈਦਾ, ਫਿਰ ਜਾ ਕੇ ਕੰਮ ਕਰੀਦਾ, ਫਿਰ ਜਾ ਕੇ ਖਬਰਾਂ ਭੇਜੀਦੀਆਂ ਨੇ। ਜਿਹੜੇ 2 ਸਾਲ ਦੇ ਕਸ਼ਮੀਰ ਦੇ ਲੋਕ ਅੰਦਰ ਵਾੜੇ ਹੋਏ ਨੇ ਤੇ ਹਰੇਕ 10 ਬੰਦਿਆਂ ਦੇ ਪਿੱਛੇ ਇੱਕ ਬੰਦਾ ਫੌਜ ਵਾਲਾ ਬੰਦੂਕ ਲੈ ਕੇ ਖੜਾ, ਤੇ ਉਹ ਫੌਜੀ ਪੁੱਤ ਜਾਂ ਮਜ਼ਦੂਰਾਂ ਦਾ ਪੁੱਤ ਹੈ ਜਾਂ ਕਿਸਾਨਾਂ ਦਾ ਪੁੱਤ ਹੈ। ਨਾ ਉੱਥੇ ਅਮਿਤ ਸ਼ਾਹ ਦਾ ਮੁੰਡਾ ਖੜਾ ਕੋਈ, ਨਾ ਉੱਥੇ ਮੋਦੀ ਦਾ ਛੋਕਰਾ ਕੋਈ ਉੱਥੇ ਖੜਾ, ਤੇ ਨਾ ਹੀ ਕੋਈ ਉੱਥੇ ਰਾਜਨਾਥ ਦਾ ਆਪਣਾ ਪੁੱਤ ਭਤੀਜਾ ਭੇਜਿਆ ਹੈ। ਉਹ ਵੀ ਸਾਡੇ ਬੱਚੇ ਜਿਹੜੇ ਬਰਫਾਂ ਦੇ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਨੇ ਬੰਦੂਕ ਫੜਾਈ ਆ। ਰੋਟੀ ਰੋਜੀ ਤੇ ਰੁਜ਼ਗਾਰ ਨੂੰ ਭਾਲਦੇ ਹੋਏ ਪਰਦੇਸੀ ਹੋਏ ਪੰਛੀ, ਚਾਹੇ ਉਹ ਕੈਨੇਡਾ ਚਲੇ ਗਏ, ਵੈਨਕੂਵਰ 'ਚ ਬੈਠੇ ਨੇ, ਟੋਰਾਂਟੋ 'ਚ ਬੈਠੇ ਨੇ, ਕੈਲਗਰੀ ਨੇ, ਐਡਮਿੰਟਨ ਨੇ, ਚਾਹੇ ਉਹ ਇੰਗਲੈਂਡ ਦੀ ਧਰਤੀ ਦੇ ਉੱਤੇ ਬੈਠੇ ਨੇ, ਨਿਊਜ਼ੀਲੈਂਡ ਨੇ, ਆਸਟ੍ਰੇਲੀਆ ਨੇ, ਪਰ ਉਹਨਾਂ ਦਾ ਦਿਲ ਇੱਥੇ ਧੜਕਦਾ। ਉਹਨਾਂ ਸਭਨਾਂ ਨੇ ਰੈਲੀਆਂ ਕੀਤੀਆਂ, ਮੁਜ਼ਾਹਰੇ ਕੀਤੇ, ਜਲੂਸ ਕੱਢੇ, ਕਾਰ ਰੈਲੀਆਂ ਕੱਢੀਆਂ, ਟਰੈਕਟਰ ਰੈਲੀਆਂ ਕੱਢੀਆਂ। ਪਰ ਇੱਥੋਂ ਦੀ ਹਕੂਮਤ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੈਂ ਵਫਾ ਪਾਲਣੀ ਆ। ਮੀਟਿੰਗ ਦੇ ਵਿੱਚ ਕਿਹਾ, ਬਾਹਰ ਨਹੀਂ ਕਿਹਾ, ਚੋਰੀ ਨਹੀਂ ਕਿਹਾ, ਮੀਟਿੰਗ ਚੱਲਦੀ 'ਚ ਕਿਹਾ, ਸਾਰੇ ਨੁਮਾਇੰਦੇ ਵਿੱਚ ਨੇ। ਜਦੋਂ ਕੋਈ ਜਵਾਬ ਨਾ ਰਿਹਾ ਤਾਂ ਤੋਮਰ ਕਹਿੰਦਾ ਵੀ ਗੱਲ ਇਹ ਹੈ, ਅੱਜ ਤੁਸੀਂ ਆਉਣੇ ਹੋ ਵੀ ਸਾਡੀ ਕਾਨੂੰਨ ਰੱਦ ਕੀਤੇ ਜਾਣ। ਸਾਡੇ ਵਾਸਤੇ ਤਾਂ ਇਹ ਵੀ ਸਵਾਲ ਹੈ ਨਾ, ਕੱਲ ਨੂੰ ਅਡਾਨੀ ਤੇ ਅਬਾਨੀ ਆ ਜਾਣਗੇ, ਫਿਰ ਅਸੀਂ ਕੀ ਕਰਾਂਗੇ। ਇਹ ਮੀਟਿੰਗ 'ਚ ਕਹਿ ਰਿਹਾ। ਯਾਨੀ ਇੱਕ ਘਰਾਣੇ, ਲਟੇਰਿਆਂ ਦੇ ਘਰਾਣੇ, ਲੋਟੂ ਘਰਾਣੇ, ਲੋਕਾਂ ਨੂੰ ਲੁੱਟਣ ਵਾਲੇ। ਇੱਕ ਪਾਸੇ ਚੰਦ ਘਰਾਣੇ ਨੇ, ਇੱਕ ਪਾਸੇ ਪੂਰਾ ਮੁਲਕ ਹੈ। ਉਸ ਮੁਲਕ ਦੀ ਗੱਲ ਸੁਣਨ ਜਾਂ ਸਮਝਣ ਜਾਂ ਮੰਨਣ ਦੀ ਬਜਾਏ ਉਹਨਾਂ ਲੋਕਾਂ ਨੂੰ ਮੀਟਿੰਗ ਦੇ ਵਿੱਚ ਇਹੋ ਜਿਹੀ ਮਤਲਬ ਗੱਲ ਜਿਹੜੀ ਆ, ਅੰਦਰਲਾ ਸੱਚ ਉਹ ਜ਼ੁਬਾਨ ਤੇ ਆਉਂਦਾ, ਅੰਦਰਲਾ ਸੱਚ ਉਗਲ ਕੇ ਸਾਹਮਣੇ ਆਉਂਦਾ ਕਿ ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਲੋਕਾਂ ਦੇ ਨਾਲ ਫਿਰ ਕੀ ਜਵਾਬ ਦੇਵਾਂਗੇ ਜੇ ਕੱਲ ਨੂੰ ਉਹ ਸਾਨੂੰ ਪੁੱਛਣਗੇ। ਸੋ ਇਸ ਕਰਕੇ ਇਸ ਹਾਲਾਤ ਨੇ ਆਪਣੇ ਸਾਹਮਣੇ ਗੱਲ ਲੈ ਆਂਦੀ ਕਿ ਸਾਡਾ ਅਸਲ ਦੇ ਵਿੱਚ ਸਾਡੇ ਸਿਸਟਮ ਨੂੰ ਕਿਹੜੀਆਂ ਤਾਕਤਾਂ ਚਲਾਉਂਦੀਆਂ ਨੇ, ਕਿਹੜੀਆਂ ਸ਼ਕਤੀਆਂ ਚਲਾਉਂਦੀਆਂ ਨੇ। ਜਿਹੜੇ 4-5 ਸਾਲ ਬਾਅਦ ਆਪਣੇ ਕੋਲੋਂ ਵੋਟਾਂ ਲੈ ਕੇ ਕੁਝ ਬਣਦੇ ਨੇ, ਉਹਨਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਆ। ਉਹ ਡਰਾਈਵਰ ਬਦਲਦੇ ਨੇ ਟਰੈਕਟਰ ਦੇ, ਕੱਦੂਕਸ ਕਰਨ ਵਾਲਾ ਟਰੈਕਟਰ ਉਹੀ ਰਹਿੰਦਾ, ਉਸੇ ਤਰੀਕੇ ਨਾਲ ਹੀ ਰਗੜਦਾ ਰਹਿੰਦਾ, ਉਹ ਨਹੀਂ ਬਦਲਦਾ 4-5 ਸਾਲਾਂ ਤੋਂ ਬਾਅਦ। ਸੋ ਇਸ ਕਰਕੇ ਇਹਨੇ ਇਹ ਦਰਸ਼ਨ ਤੇ ਦੀਦਾਰ ਵੀ ਲੋਕਾਂ ਨੂੰ ਹੌਲੀ-ਹੌਲੀ ਕਰਵਾ ਦਿੱਤੇ ਕਿ ਬਦਲਣ ਵਾਲਾ ਕੀ ਹੈ। ਕੀ ਮੁੱਖ ਮੰਤਰੀ, ਪ੍ਰਧਾਨ ਮੰਤਰੀ, MP ਬਦਲਣ ਵਾਲੇ ਹੁੰਦੇ ਨੇ ਜਾਂ ਹੋਰ ਕੁਝ ਬਦਲਣ ਵਾਲਾ, ਇਹਨੇ ਵੀ ਅੱਗੇ ਦਿਖਾਇਆ। ਇਹ ਗੱਲ ਕਹੀ ਸੀ ਭਾਈ ਰਤਨ ਸਿੰਘ ਰਾਏਪੁਰ ਡੱਬਾ ਨੇ, ਇਹ ਗੱਲ ਕਹੀ ਸੀ ਬਾਬਾ ਸੋਹਣ ਸਿੰਘ ਭਕਨੇ ਨੇ, ਇਹ ਗੱਲ ਕਹੀ ਸੀ ਸ਼ਹੀਦ ਆਜਮ ਭਗਤ ਸਿੰਘ ਹੋਰਾਂ ਨੇ, ਕਰਤਾਰ ਸਿੰਘ ਸਰਾਭੇ ਹੋਰਾਂ ਨੇ ਆਪਣੀਆਂ ਡਾਇਰੀਆਂ 'ਚ ਕਿ ਇਹ ਦੇਸ਼ ਵਾਸੀਓ ਤੁਸੀਂ ਦੇਖੋਗੇ ਕੁਝ ਵਰਿਆਂ ਤੋਂ ਬਾਅਦ ਕਹਿਣ ਨੂੰ ਦੇਸ਼ ਆਜ਼ਾਦ ਹੋ ਜਾਊਗਾ, ਪਰ ਉਸ ਆਜ਼ਾਦੀ ਤੋਂ ਕੁਝ ਸਾਲਾਂ ਤੋਂ ਬਾਅਦ ਤੁਹਾਨੂੰ ਸਾਡੀ ਯਾਦ ਆਇਆ ਕਰੇਗੀ। ਤੇ ਇਹੀ ਕਾਰਨ ਸੀ ਕਿ ਜਦੋਂ ਕਾਲ ਕੋਠੜੀ 'ਚ ਭਗਤ ਸਿੰਘ ਬੈਠਾ, ਉਹਨੂੰ ਆ ਕੇ ਹਾਕ ਮਾਰੀ ਜਾਂਦੀ ਆ ਵੀ ਤੇਰੀ ਫਾਂਸੀ ਦਾ ਟਾਈਮ ਹੋ ਗਿਆ, ਆ ਵੀ ਭਗਤ ਸਿੰਘ ਬਾਹਰ ਆ। ਉਹ ਬੈਠਾ ਕਿਤਾਬ ਪੜ੍ਹਦਾ। ਜਿਸ ਬੰਦੇ ਨੂੰ ਇਹ ਪਤਾ ਹੋਵੇ ਕਿ ਹੁਣ ਤੋਂ 1 ਮਿੰਟ ਬਾਅਦ ਮੈਨੂੰ ਫਾਂਸੀ ਲਾ ਦੇਣਾ, ਉਹ ਕਿਤਾਬ ਪੜ੍ਹਦਾ ਇਹ ਕਹਿੰਦਾ ਵੀ ਠਹਿਰ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨਾਲ ਗੱਲ ਕਰ ਰਿਹਾ, ਠਹਿਰ ਕੇ ਆਊਗਾ। ਤਾਂ ਉਹ ਉਸੇ ਵੇਲੇ ਜਾਂਦਾ ਨਹੀਂ, ਅਗਲੇ ਪਾਲੋ ਕਿਤਾਬ ਦਾ ਇਸ ਤਰ੍ਹਾਂ ਕਰਕੇ ਵਰਕਾ ਮਰੋੜ ਕੇ ਜਾਂਦਾ। ਇਸ ਤਰ੍ਹਾਂ ਦੇ ਨਾਲ ਪੇਜ ਨੂੰ ਮਰੋੜਿਆ ਭਗਤ ਸਿੰਘ ਨੇ, ਪੇਜ ਮਰੋੜ ਕੇ ਜਿਹੜੀ ਅੰਦਰੋਂ ਕਿਤਾਬ ਮਿਲੀ ਕਾਲ ਕੋਠੜੀ 'ਚੋਂ, ਉਹ ਸਫਾ ਮਰੋੜਿਆ ਹੋਇਆ ਸੀ। ਉਹ ਇਸੇ ਕਰਕੇ ਮਰੋੜਿਆ ਸੀ ਕਿ ਕੋਈ ਤਾਂ ਮੁਠੱਡੇ 'ਚੋਂ, ਕੋਈ ਤਾਂ ਹੋਰ ਪਿੰਡਾਂ 'ਚੋਂ ਨੌਜਵਾਨ ਉੱਠਣਗੇ ਨਾ, ਜਿਹੜਾ ਮੈਂ ਵਰਕਾ ਮੋੜ ਕੇ ਚੱਲਿਆ ਇਹਨੂੰ ਖੋਲ ਕੇ ਸਿੱਧਾ ਕਰ ਦੇਣਗੇ। ਤੇ ਅੱਜ ਉਹ ਵਰਕਾ ਖੋਲ ਕੇ ਸਿੱਧਾ ਨਹੀਂ ਕਰ ਰਿਹਾ। ਕੋਈ ਦਿਨ ਹੁੰਦਾ ਸੀ, ਕਿਹਾ ਜਾਂਦਾ ਸੀ ਕਿ ਯਾਰ ਕਿਸੇ ਨਾਲ ਗੱਲ ਕਰੀਏ ਤਾਂ ਸ਼ਾਇਦ ਜਨਤਾ ਆਉਂਦੀ ਨਹੀਂ, ਪਰ ਅੱਜ ਮਲਵਈ ਭਾਸ਼ਾ 'ਚ ਜੇ ਕਹਿਣਾ ਹੋਵੇ, ਅੱਜ ਸਾਡਾ ਕਮਰਾ ਭੀੜਾ ਪੈ ਗਿਆ, ਤੰਗ ਪੈ ਗਿਆ, ਛੋਟਾ ਰਹਿ ਗਿਆ। ਮੇਰੀਆਂ ਭੈਣਾਂ ਖੜੀਆਂ ਨੇ, ਮੇਰੀਆਂ ਧੀਆਂ
ਖੜੀਆਂ ਨੇ, ਖੜ ਕੇ ਗੱਲ ਸੁਣ ਰਹੀਆਂ ਨੇ। ਅੱਜ ਕੋਈ ਉਹੋ ਜਿਹੇ ਵੱਡੇ ਨੇਤਾ ਵੀ ਨਹੀਂ ਆਏ ਵੀ ਜਿਨ੍ਹਾਂ ਦੇ ਬੜੇ ਬੜੇ ਨਾਂ ਹੁੰਦੇ ਆ, ਅੱਗੇ ਪਿੱਛੇ ਪਹਿਲਾਂ ਬੰਦੂਕਾਂ ਵਾਲੇ ਉਤਰਦੇ ਆ, ਫਿਰ ਕਿਤੇ ਉਹ ਉਹਨਾਂ ਦੀ ਬਾਰੀ ਖੋਲ੍ਹਦੇ ਆ, ਫਿਰ ਉਹ ਸੁੱਖ ਨਾਲ ਪੈਰ ਥੱਲੇ ਲਾਉਂਦੇ ਆ। ਇਹੋ ਜਿਹੀਆਂ ਤਾਕਤਾਂ ਵੀ ਹੁੰਦੀਆਂ ਨੇ। ਅੱਜ ਉਹ ਲੋਕ ਆਏ ਨੇ ਜਿਹੜੇ ਸਾਡੇ ਵਿੱਚੋਂ ਹੀ ਨੇ, ਜਿਨ੍ਹਾਂ ਨੇ ਆਪ ਦੇਖਿਆ, ਅਸੀਂ ਆਪਣੇ ਦੇਖਿਆ ਕਿ 5-5 ਸਾਲ ਅਸੀਂ ਆਪਣੀਆਂ ਮਾਵਾਂ ਨੂੰ ਦੇਖਿਆ ਕਿ ਉਹਨਾਂ ਦੀ ਕਦੇ ਅੱਖ ਸੁੱਕੀ ਨਹੀਂ ਦੇਖੀ। ਅਸੀਂ ਦੇਖਿਆ ਜਦੋਂ ਮੈਂ 7ਵੀਂ ਸੀ ਕਿ ਜਦੋਂ ਸਾਡੇ ਕੋਲ ਜਿਹੜਾ ਆੜ੍ਹਤੀਆ ਸੀ ਉਹ ਸਾਡੀ ਮੱਝ ਖੋਲ੍ਹ ਕੇ ਲੈ ਗਿਆ ਸੀ, ਜਿਹਨੇ 1 ਹਫ਼ਤੇ ਤੱਕ ਸੂਣਾ ਸੀ। ਅਸੀਂ ਉਹ ਦੇਖਿਆ ਕਿ ਸਾਡੀ ਮਾਂ ਤੇ ਮੇਰੇ ਬਾਪ ਨੇ ਕੰਧਾਂ ਨਾਲ ਟੱਕਰਾਂ ਕਿਵੇਂ ਮਾਰੀਆਂ ਸੀ ਕਿ ਆਹ ਕੀ ਬਣਾ ਵਰਤਿਆ ਸਾਡੇ ਨਾਲ। ਅਸੀਂ ਉਸ ਮਿੱਟੀ 'ਚੋਂ ਆਉਣ ਵਾਲੇ ਜਿਹੜੇ ਲੋਕ ਨੇ, ਉਸ ਧਰਤੀ 'ਚੋਂ ਉੱਗਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਭੁੱਖ, ਨੰਗ, ਕੰਗਾਲੀ, ਇਹ ਸਾਰਾ ਕੁਝ ਸਾਡੀ ਕਿਸਮਤ ਦੀ ਦੇਣ ਨਹੀਂ ਹੈ। ਇਹ ਅਸੀਂ ਲੇਖਾਂ 'ਚ ਲਿਖਾ ਕੇ ਨਹੀਂ ਲੈ ਕੇ ਆਏ ਹੋਏ। ਇਹ ਸਭ ਕੁਝ ਇੱਥੇ ਨਰਕ ਤੇ ਸਵਰਗ ਬਣਾਇਆ ਹੋਇਆ, ਇੱਥੇ ਇਹਨਾਂ ਤਾਕਤਾਂ ਦੇ ਹੱਥਾਂ 'ਚ ਆ ਸਭ ਕੁਝ, ਜਿਹੜੀਆਂ ਸਾਰਾ ਕੁਝ ਸਾਡੇ ਕੋਲੋਂ ਪਰਦੇ ਲਾ ਕੇ ਖੋਹ ਕੇ ਲੈ ਗਈਆਂ। ਸਾਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ। ਤੇ ਜਿਸ ਦਿਨ ਪਤਾ ਲੱਗਦਾ ਹੈ, ਲੋਕਾਂ ਤੱਕ ਇਹ ਗੱਲ ਜਾਂਦੀ ਹੈ, ਫਿਰ ਉਹਨਾਂ ਨੂੰ ਕਈ ਤਰੀਕੇ ਅਪਣਾਏ ਜਾਂਦੇ ਨੇ, ਕਈ ਤਰੀਕੇ ਨਾਲ ਬੱਦੂ ਕਰਨ ਦਾ ਯਤਨ ਕੀਤਾ ਜਾਂਦਾ। ਸੋ ਇਸ ਕਰਕੇ ਜਿਸ ਮੋੜ ਦੇ ਉੱਤੇ ਆਪਾਂ ਹੁਣ ਖੜੇ ਆ, ਇਸ ਮੋੜ ਦੀ ਹਰ ਇੱਕ ਗਲੀ ਪਿਛਲੇ ਮੋੜਾਂ ਨਾਲ ਜੁੜੀ ਹੋਈ ਆ। ਇਹ ਚਲੀ ਆਉਂਦੀ ਲੜਾਈ, ਚਲੀ ਆਉਂਦੀ ਜੱਦੋ-ਜਹਿਦ, ਵਿਤਕਰਿਆਂ ਤੇ ਲੁੱਟ ਦੇ ਖਿਲਾਫ ਚਲੀ ਆਉਂਦੀ, ਡਾਢਿਆਂ ਦੇ ਖਿਲਾਫ ਚਲੀ ਆਉਂਦੀ, ਮਜ਼ਲੂਮਾਂ ਦੀ ਜੱਦੋ-ਜਹਿਦ, ਜਾਬਰਾਂ ਦੇ ਖਿਲਾਫ ਚਲੀ ਆਉਂਦੀ ਜੱਦੋ-ਜਹਿਦ ਦਾ ਹੀ ਅਗਲਾ ਵਰਕਾ ਹੈ। ਉਸ ਵਰਕੇ ਨੂੰ ਖੂਬਸੂਰਤੀ ਨਾਲ ਲਿਖਿਆ ਜਾ ਰਿਹਾ। ਕਮਾਲ ਦੀ ਗੱਲ ਇਹ ਹੈ ਕਿ ਇਸ ਹਾਲਤ ਦੇ ਵਿੱਚ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ ਉਸ ਮੌਕੇ ਸਾਡੇ 'ਚੋਂ 90% ਵਿਦਿਆਰਥੀਆਂ ਦੇ ਮਾਪੇ ਸਾਡਾ ਗੁੱਟ ਫੜਦੇ ਹੁੰਦੇ ਸੀ, ਕਾਕਾ ਵਿਦਿਆਰਥੀ ਯੂਨੀਅਨ 'ਚ ਕਾਹਤੇ ਚੱਲਿਆ, ਤੈਨੂੰ ਡਾਕਟਰ ਬਣਨ ਭੇਜਿਆ, ਤੈਨੂੰ ਇੰਜੀਨੀਅਰ ਬਣਨ ਭੇਜਿਆ, ਘਰੇ ਗਰੀਬੀ ਆ, ਕਰਜ਼ਾ ਚੱਕ ਕੇ ਤੈਨੂੰ ਪੜ੍ਹਾਉਂਦੇ ਆ, ਕਾਕਾ ਪੜ੍ਹ ਕੇ ਕੁਝ ਬਣ ਜਾ, ਕੁਝ ਲੱਗਣਾ, ਤੈਂ ਯੂਨੀਅਨਾਂ 'ਚ ਕੀ ਲੈਣਾ। 1970 ਤੋਂ ਬਾਅਦ 2020 ਨੇ ਸਾਨੂੰ ਇਹ ਸਿਖਾਤਾ ਕਿ ਅੱਜ ਮਾਪੇ ਕਹਿੰਦੇ ਆ ਕਿ ਪੁੱਤ ਜੇ ਜਿਉਣਾ ਚੱਲਣਾ ਤਾਂ ਇਹ ਰਾਹ ਤੇ ਚੱਲਣਾ। ਇਹ ਐਡੀ ਵੱਡੀ ਇੱਕ ਤਬਦੀਲੀ ਦਾ ਦੌਰ ਦੇ ਵਿੱਚ ਵੀ ਲੰਘ ਰਹੇ ਆ ਪੂਰੇ ਤਰ੍ਹਾਂ ਦੇ ਨਾਲ, ਕਿਉਂਕਿ ਸਾਡੇ ਬਾਪ ਨੂੰ ਸਮਝ ਆ ਗਈ ਕਿ ਮੇਰੀਆਂ ਪੈਰਾਂ ਦੀਆਂ ਫਟੀਆਂ ਹੋਈਆਂ ਵਿਆਈਆਂ ਦਾ ਜਿਹੜਾ ਨਕਸ਼ਾ ਹੈ, ਇੱਕ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਭਾਰਤ ਦਾ ਨਕਸ਼ਾ ਨਹੀਂ, ਇਹ ਇੰਡੀਆ ਤੇ ਭਾਰਤ ਦਾ ਨਕਸ਼ਾ। ਇੱਕ ਇੰਡੀਆ ਕੁਝ ਲੋਕਾਂ ਦਾ, ਇੱਕ ਸਾਡੇ ਲੋਕਾਂ ਦਾ, ਉਹ ਧਰਤੀ ਆ ਸਾਡੀ। ਇਹ ਜਿਹੜਾ 2 ਢੋਆਂ ਵਿੱਚ ਦੁਨੀਆ ਵੰਡੀ, ਇੱਕ ਜੋਕਾਂ ਦੀ, ਇੱਕ ਲੋਕਾਂ ਦੀ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਇਹ ਜਿਹੜੇ ਲੋਕ ਨੇ, ਜਿਹੜੇ ਜਿਨ੍ਹਾਂ ਬਾਰੇ ਕਹਿੰਦਾ ਸੀ ਕਿ ਦਾਤੀਆਂ, ਕਲਮਾਂ ਅਤੇ ਹਥੌੜੇ ਇਕੱਠੇ ਕਰ ਲਓ ਸੰਦੋ ਯਾਰ, ਪਾਟੀ ਕਿਰਤ ਗੁਲਾਮੀ ਕਰਦੀ, ਜੁੜੀ ਜਿੱਤੇ ਬ੍ਰਹਿਮੰਡੋ ਯਾਰ। ਤੇ ਇਹ ਜਿਹੜੀ ਕਿਰਤ ਜਿਹਨੂੰ ਪਾੜ ਕੇ ਰੱਖਿਆ ਜਾਂਦਾ, ਇਹ ਮਜ਼ਦੂਰ ਹੈ, ਇਹ ਕਿਰਤੀ ਆ, ਕਿਸਾਨ ਹੈ ਤੇ ਜਾਤ ਪਾਤ ਆ, ਇਹਨਾਂ ਚੀਜ਼ਾਂ ਨੇ, ਇਹ ਸਾਰੀਆਂ ਦੀਵਾਰਾਂ ਨੇ, ਸਾਰੀਆਂ ਵੱਟ ਬੰਨਿਆਂ ਨੇ ਸਾਨੂੰ ਤੀਲਾ ਤੀਲਾ ਕਰਕੇ ਰੱਖ ਦਿੱਤਾ ਤੇ ਅਗਲੇ ਮੌਜ ਨਾਲ ਕਰਦੇ। ਕੁਝ ਵੀ ਨਹੀਂ ਹੈ, ਕੋਈ ਤਾਕਤ ਨਹੀਂ ਉਹਨਾਂ ਕੋਲੇ, ਹੋਰ ਉਹਨਾਂ ਕੋਲੇ ਪੂੰਜੀ ਆ, ਉਹਨਾਂ ਕੋਲੇ ਉਹ ਆ ਜਿਹੜੀ ਪੂੰਜੀ ਕਿਤੋਂ ਕੁਝ ਨਹੀਂ ਕਰ ਸਕਦੀ। ਸਾਰਾ ਘਰ ਡਾਲਰਾਂ ਨਾਲ, ਨੋਟਾਂ ਨਾਲ, ਸੋਨੇ ਨਾਲ ਪੂਰੇ ਦਾ ਪੂਰਾ। ਵੱਡੀ ਹਵੇਲੀ ਭਰ ਲਓ, ਨਾ ਉਹ ਸੜਕ ਬਣਾ ਸਕਦੀ ਹੈ, ਨਾ ਉਹ ਪਾਣੀ ਕੱਢ ਸਕਦੀ ਹੈ, ਨਾ ਉਹ ਖੂਹੀਆਂ ਬਣਾ ਸਕਦੀ ਹੈ, ਨਾ ਨਾਲੀਆਂ ਪੱਕੀਆਂ ਕਰ ਸਕਦੀ ਆ, ਉਹ ਨਾ ਬਿਜਲੀ ਦੇ ਖੰਭੇ ਖੜੇ ਕਰ ਸਕਦੀ ਹੈ, ਨਾ ਕੋਈ ਇਮਾਰਤ ਬਣਾਵੇ, ਤੇ ਨਾ ਹੀ ਐਂ ਕਹਿ ਸਕਦੀ ਆ ਕਿ ਖੇਤਾਂ 'ਚੋਂ ਸੋਨਾ ਪੈਦਾ ਕਰ ਲਊਗੀ। ਆਪਣੇ ਬਾਬਲ ਫਰਕ ਹੀ ਨਹੀਂ ਸੀ ਕੋਈ ਹੁੰਦਾ। ਕਿਸਾਨੀ ਪਰਿਵਾਰਾਂ ਦੇ ਸਾਰੇ ਮਜ਼ਦੂਰ ਤੇ ਕਿਸਾਨ ਰਲ ਕੇ ਖੇਤਾਂ 'ਚ ਜਾਂਦੇ ਸੀ ਤੇ ਵੱਡੀ ਮਗਰੀ ਮਾਰ ਕੇ ਵਿੱਚ ਦਾਣੇ ਪਾਏ ਹੋਣੇ ਤੇ ਉਹਨਾਂ ਨੇ ਇਹ ਭਰ ਕੇ ਮੁੱਠੀ ਦਾ ਛਿੱਟਾ ਦੇਣਾ। ਇੱਕ ਜਿਹੜਾ ਹੈਗਾ, ਇੱਕ ਮੁੱਠ ਚਿੜੀਆਂ ਦੇ ਨਾਂ, ਇੱਕ ਮੁੱਠ ਕੁੜੀਆਂ ਦੇ ਨਾਂ, ਇੱਕ ਮੁੱਠ ਹਾਲੀ ਤੇ ਪਾਲੀ ਦੇ ਨਾਂ, ਤੇ ਮੁੱਠ ਵੀ ਚੱਕ ਕੇ ਲੈ ਜਾਣੇ। ਦਾਣਾ ਹੀ ਨਹੀਂ ਲੱਭਣਾ, ਸਾਡਾ ਨਾਂ ਵਟਾ ਦਿਓ, ਦਾਣੇ ਨਹੀਂ ਮਿਲਣੇ, ਆਟਾ ਹੀ ਮਿਲੂਗਾ ਸਿੱਧਾ। ਆਟਾ ਹੀ ਕਹਿਣਗੇ, ਦੱਸੋ 200 ਰੁਪਏ ਕਿਲੋ ਨੂੰ ਲੈਣਾ, 250 ਰੁਪਏ ਕਿਲੋ ਨੂੰ ਲੈਣਾ। ਇੱਥੇ ਦਿਨ ਆਏ ਹੋਏ ਨੇ। ਔਰ ਇਸ ਦਿਨਾਂ ਦੇ ਅੰਦਰ ਇਸ ਵੇਲੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਹੌਲੀ ਹੌਲੀ ਉੱਠਦੇ ਮੁਲਕ ਜਾਗਿਆ ਔਰ ਉਹਦੇ ਵਿੱਚ ਇੱਕ ਵੱਡੀ ਕਮਾਈ ਆ। ਉਸ ਕਮਾਈ 'ਚ ਇਹ ਹੈ ਕਿ ਪੰਜਾਬ ਦੇ ਵਿੱਚ 500 ਪਿੰਡਾਂ ਦੇ ਵਿੱਚ ਨਰਮੇ ਨੂੰ ਸੁੰਡੀ ਖਾ ਗਈ। ਜਦੋਂ ਸੁੰਡੀ ਖਾ ਗਈ, ਜਦੋਜਹਿਦ ਹੋਈ, ਕਿਸਾਨ ਜਥੇਬੰਦੀ ਮੈਦਾਨ 'ਚ ਆਈ। ਮਾਲ ਵਿੱਚ ਜਿਹੜੀ ਜਥੇਬੰਦੀ ਤਕੜੀ ਆ, ਹੁਣ ਮੈਦਾਨ 'ਚ ਆਈ ਤੇ ਨਾਲ ਉਹਨੇ ਪੂਰੀ ਤਰ੍ਹਾਂ ਦੇ ਨਾਲ ਰੇਲਵੇ ਕੀ ਹੋਰ ਚੀਜ਼ ਸਾਰਾ ਠੱਪ ਕਰਕੇ ਰੱਖਿਆ। 2.5 ਮਹੀਨੇ ਨੱਪ ਕੇ ਰੱਖ ਦਿੱਤੇ ਫੜ ਕੇ। ਤੇ ਜਦੋਂ ਮੁਆਵਜ਼ਾ ਲਿਆ ਤੇ ਜਦੋਂ ਮੁਆਵਜ਼ਾ ਪਾਸ ਹੋ ਕੇ ਆਇਆ ਤਾਂ ਕਿਸਾਨ ਜਥੇਬੰਦੀ ਨੇ ਇਹ ਕਿਹਾ 1 ਰੁਪਈਆ ਨਹੀਂ ਚੱਕਣਾ। ਜਿਹੜੇ ਮਜ਼ਦੂਰ ਨੇ 500 ਪਿੰਡਾਂ ਦੇ, ਜਿਨ੍ਹਾਂ ਨੇ ਚੋਗੀਆਂ ਨੇ ਉਹਨਾਂ ਨੂੰ ਚੁਗਣਾ ਸੀ ਟਿੰਡਿਆਂ ਨੂੰ, ਜੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ, 9 ਕਰੋੜ ਰੁਪਈਆ ਬਰਾਬਰ ਲੈ ਕੇ ਦਿੱਤਾ। ਬਰਾਬਰ ਚੱਕਣਾ ਨਹੀਂ, 1 ਪੈਸਾ ਵੀ ਨਹੀਂ ਚੱਕਣਾ ਨਹੀਂ ਹੈ। ਇਸੇ ਕਰਕੇ ਅੱਜ ਇਹ ਨਾਜ਼ੁਕ ਮੋੜ ਆ। ਚੱਲਦਾ ਇਹ ਅੰਦੋਲਨ ਆਪਣੀ ਬਹੁਤ ਖੂਬਸੂਰਤੀਆਂ ਦੇ ਬਾਵਜੂਦ ਹੌਲੀ ਹੌਲੀ ਐਂ ਬਣ ਚੱਲਿਆ ਵੀ ਜਿਵੇਂ
ਇਹ ਕਾਨੂੰਨ ਕਿਸਾਨ ਵਿਰੋਧੀ ਹੀ ਕਾਨੂੰਨ ਨੇ, ਜਿਵੇਂ ਇਹ ਖੇਤੀ ਵਿਰੋਧੀ ਕਾਨੂੰਨ ਨੇ। ਇਹ ਗੱਲ ਇੰਨੀ ਨਹੀਂ ਹੈ, ਕਿਸਾਨ ਵਿਰੋਧੀ ਤਾਂ ਹੈ ਹੀ, ਖੇਤੀ ਵਿਰੋਧੀ ਤਾਂ ਹੈ ਹੀ। ਇਹ ਖੇਤੀਬਾੜੀ ਦੇ ਧੰਦੇ ਦੀ ਤਾਂ ਰੀੜ੍ਹ ਦੀ ਹੱਡੀ ਤੋੜਨਗੇ ਹੀ, ਪਰ ਜੇ ਕਿਸੇ ਦੀ ਰੀੜ੍ਹ ਦੀ ਹੱਡੀ ਭੰਨ ਦਿੱਤੀ ਜਾਵੇ ਉਸ ਤੋਂ ਬਾਅਦ ਆਸ ਕਰੀਏ ਵੀ ਉਹਦੀਆਂ ਲੱਤਾਂ ਤੇ ਬਾਹਾਂ ਚੱਲਣਗੀਆਂ, ਉਹਦੀਆਂ ਅੱਖਾਂ ਚੱਲਣਗੀਆਂ, ਉਹਦਾ ਸਿਰ ਪੂਰਾ ਕੰਮ ਕਰੂਗਾ, ਉਹ ਬ੍ਰੇਨ, ਉਹ ਮਨੋਵਿਗਿਆਨਕ ਤੌਰ ਦੇ ਉੱਤੇ ਉਹ ਗੱਲਾਂ ਸੋਚੂਗਾ ਚੰਗੀਆਂ, ਤੇ ਜਾਨੀ ਉਹ ਭੱਜਣ ਲੱਗ ਜੂਗਾ, ਦੌੜ ਲੂਗਾ। ਇਦਾਂ ਨਹੀਂ ਹੁੰਦਾ। ਇਸ ਮੁਲਕ ਦੀ ਰੀੜ੍ਹ ਦੀ ਹੱਡੀ ਇਕੋਨਮੀ ਹੈ, ਜਿਹੜੀ ਆਰਥਿਕਤਾ ਜਿਹੜੀ ਆ, ਉਹ ਖੇਤੀਬਾੜੀ ਆ। ਉਹ ਖੇਤੀਬਾੜੀ ਦੇ ਵਿੱਚ ਮਜ਼ਦੂਰ ਤੇ ਕਿਸਾਨ ਦੋਵੇਂ ਆਪਣਾ ਖੂਨ ਪਸੀਨਾ ਡੋਲਦੇ ਨੇ, ਤੇ ਬਹੁਤ ਕੁਛ ਦੀ ਨਿਰਭਰਤਾ, ਛੋਟੀ ਦੁਕਾਨਦਾਰੀ ਦੀ, ਛੋਟੇ ਧੰਦੇ ਦੀ ਨਿਰਭਰਤਾ ਉਹਦੇ ਉੱਤੇ ਨਿਰਭਰ ਕਰਦੀ ਆ। ਸੋ ਇਹ ਜਿਹੜਾ ਹੱਲਾ, ਇਹ ਹੱਲਾ ਲੋਕਾਂ ਦੇ ਉੱਤੇ, ਲੋਕਾਂ ਦੇ ਵਿਰੁੱਧ ਜੰਗ ਦਾ ਹੱਲਾ ਹੈ। ਇਹ ਸਿਰਫ ਕਿਸਾਨ ਵਿਰੋਧੀ ਹੱਲਾ ਨਹੀਂ ਹੈ। ਅਸੀਂ ਲੜਦੇ ਜਾਂਦੇ 15-20 ਦਿਨਾਂ 'ਚ ਬਹੁਤ ਜ਼ੋਰ ਨਾਲ ਸੋਚਿਆ, ਤੇ ਵੱਡੀਆਂ ਟੀਮਾਂ ਸਾਡੀਆਂ ਉੱਥੋਂ ਵਿੱਚੋਂ ਉੱਠ ਕੇ ਪਿੰਡਾਂ 'ਚ ਫੈਲ ਗਈਆਂ ਪੰਜਾਬ ਦੇ 'ਚ, ਵੀ ਭਾਈ ਆਹ ਕੀ ਬਣਿਆ। ਸਾਡਾ ਮਜ਼ਦੂਰ ਜਿਨ੍ਹਾਂ ਦੀ ਨੂੰ ਇਹ ਲੱਗਦਾ ਵੀ ਅੱਛਾ ਕੀ ਹੋਣ ਕੀ ਜਾ ਰਿਹਾ, ਤਾਂ ਸਾਡੇ ਕਿਸਾਨ ਆਗੂ, ਹੋਰ ਸਾਡੇ ਵੀਰ, ਅਸੀਂ ਲੋਕਾਂ 'ਚੋਂ ਜਦੋਂ ਦੱਸਿਆ, ਇਹ ਨਹੀਂ ਕੋਈ ਸਾਡੀ ਗਲਤੀ ਹੋਈ ਆ, ਕਿਉਂਕਿ ਜਿਹੋ ਜਿਹਾ ਹੱਲਾ ਸਿੱਧਾ ਆਇਆ, ਕੋਈ ਸਿੱਧਾ ਨੋਕ ਲੈ ਕੇ ਜਿਹਦੇ ਵਰਸ਼ਾ ਸਿੱਧਾ ਖਵਾਉਂਦਾ ਛਾਤੀ 'ਚ, ਤਾਂ ਉਹ ਬੰਦਾ ਤਾਂ ਬੋਲਦਾ ਨਾ। ਉਦੋਂ ਬਾਅਦ ਜਿਹੜਾ ਸੱਜੇ ਖੱਬੇ ਰਹਿ ਜਾਂਦਾ, ਖੜਾ ਰਹਿ ਜਾਂਦਾ, ਉਹਨੂੰ ਵੀ ਲੱਗਦਾ ਵੀ ਕੋਈ ਨਹੀਂ, ਅਜੇ ਤਾਂ ਇਹਦੀ ਵੱਜਿਆ ਹੋਇਆ, ਆਪਣੇ ਤਾਂ ਕੋਈ ਕੁਝ ਨਹੀਂ ਹੁੰਦਾ। ਤੇ ਉਹਨੂੰ ਵੀ ਕਈ ਵਾਰੀ ਲੱਗਦਾ ਵੀ ਮੈਂ ਡਿਫੈਂਸ ਆਪਣੀ ਕਰਨੀ ਆ, ਆਪਣੇ ਧੀਆਂ ਪੁੱਤਾਂ ਨੂੰ ਇੱਕ ਵਾਰੀ ਹਾਕ ਮਾਰਦਾ। ਜਦੋਂ ਥੋੜ੍ਹਾ ਜਿਹਾ ਪੈਰ ਜਮਾ ਲੈਂਦਾ, ਮੋਰਚਾ ਜਮਾ ਲੈਂਦਾ, ਆਪਣਾ ਕਿਲਾ ਖੜਾ ਕਰਕੇ ਬਹਿ ਗਿਆ, ਕੱਚੀਆਂ ਗੜੀਆਂ ਨੂੰ ਖੜਾ ਕਰਕੇ ਬੈਠ ਗਿਆ ਡਟ ਕੇ, ਤਾਂ ਉਹਨੂੰ ਖਿਆਲ ਆਇਆ ਵੀ ਆਹ ਕੀ ਬਣਿਆ ਬਈ। ਇਹਦੇ ਤਾਂ ਕਾਨੂੰਨ ਦੇ ਵਿੱਚ ਪਹਿਲਾ ਕਾਨੂੰਨ ਤਾਂ ਇਹ ਆ ਕਿ ਪ੍ਰਾਈਵੇਟ ਮੰਡੀ ਆਉਣੀ ਆ, ਪ੍ਰਾਈਵੇਟ ਮਾਰਕੀਟ ਜਿਹੜੀ ਆਉਣੀ ਆ, ਨਿੱਜੀ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ ਦੇਣੀ ਆ, ਕਾਰਪੋਰੇਟ ਘਰਾਣਿਆਂ ਨੂੰ, ਵਿਦੇਸ਼ੀ ਕੰਪਨੀਆਂ ਨੂੰ, ਦੇਸੀ ਕੰਪਨੀਆਂ ਨੂੰ। ਉਹਨਾਂ ਨੇ ਸਰਕਾਰੀ ਮੰਡੀ ਜਿਹੜੀ ਹੈਗੀ ਆ ਇਹ ਰਹਿਣੀ ਨਹੀਂ। ਜਿਹੜਾ ਰਾਜਨਾਥ ਸਿੰਘ, ਕਦੇ ਤੋਮਰ ਜਾਂ ਮੀਟਿੰਗਾਂ 'ਚ ਇਹ ਕਹਿੰਦੇ ਨੇ ਵੀ ਕੌਣ ਕਹਿੰਦਾ, ਤੁਹਾਨੂੰ ਗੁੰਮਰਾਹ ਕਰਦੇ ਆ ਕਿਸਾਨ ਯੂਨੀਅਨ ਵਾਲੇ ਵੀ ਮੰਡੀ ਨਹੀਂ ਰਹਿਣੀ, ਲਓ ਸਾਡੇ ਕੋਲ ਲਿਖ ਕੇ ਲੈ ਲਓ, ਸਰਕਾਰੀ ਮੰਡੀ ਰਹੂਗੀ। ਅਸੀਂ ਕਿਹਾ ਵੀ ਇਹ ਪਾਠ ਕਿਸੇ ਹੋਰ ਨੂੰ ਪੜ੍ਹਾਇਓ, ਸਾਨੂੰ ਪਤਾ, ਕਿਉਂਕਿ ਤੁਸੀਂ ਕਿਹਾ ਸਰਕਾਰੀ ਸਕੂਲ ਰਹਿਣਗੇ, ਪ੍ਰਾਈਵੇਟ ਸਕੂਲਾਂ ਨੂੰ ਲਾਇਸੈਂਸ ਦੇਤੇ। ਕਿੱਥੇ ਗਏ ਸਰਕਾਰੀ ਸਕੂਲ? ਉੱਥੇ ਦੇ ਮਾਸਟਰ ਕਿੱਥੇ ਭੇਜਤੇ ਤੁਸੀਂ? ਉੱਥੇ ਦੇ ਤੱਪੜ ਵੀ ਚੱਕ ਕੇ ਲੈ ਗਏ। ਉੱਥੇ ਡੈਸਕ ਕਿੱਥੇ ਗਏ? ਉੱਥੇ ਦੇ ਫੰਡ ਕਿੱਥੇ ਗਏ? ਉੱਥੇ ਦੀ ਬਿਲਡਿੰਗ ਦਾ ਕੀ ਹਾਲ ਹੋ ਗਿਆ? ਕਹਿਣ ਨੂੰ ਤਾਂ ਰਹਿ ਜਾਊਗਾ, ਮੈਂ ਜਲਦੀ ਕਰੂੰਗਾ, ਸੌਖੇ ਸ਼ਬਦਾਂ 'ਚ ਯਤਨ ਕਰੂੰਗਾ। ਸਰਕਾਰੀ ਸਕੂਲਾਂ ਦੇ ਖਿਲਾਫ ਬਰਾਬਰ ਪੈਰਲਲ ਪ੍ਰਾਈਵੇਟ ਵਿਦਿਅਕ ਅਦਾਰੇ ਲੈ ਕੇ ਆਂਦੇ, ਉਹਨਾਂ ਦਾ ਪੱਠਾ ਬਿਠਾਇਆ। ਸਰਕਾਰੀ ਹਸਪਤਾਲਾਂ ਦੇ ਬਰਾਬਰ ਪ੍ਰਾਈਵੇਟ ਹਸਪੀਟਲ ਲਿਆਂਦੇ, ਉਹ ਬੰਦੇ ਨੂੰ ਗੇਟ ਤੇ ਵੜਦੇ ਨੂੰ ਕਹਿੰਦੇ ਸਾਬਤੇ ਨੂੰ ਖਾ ਜਾਈਏ ਫੜ ਕੇ। ਕੌਲੀਆਂ ਚਮਚੇ ਵੀ ਘਰ ਦੇ ਵਿਕ ਜਾਣਗੇ। ਜਿਹੜਾ ਬੰਦਾ ਪ੍ਰਾਈਵੇਟ ਹਸਪੀਟਲਾਂ ਜਾਂਦਾ ਉਹਨਾਂ ਦੇ ਘਰ ਤਬਾਹ ਹੋ ਜਾਊਗਾ। ਉਹ ਬੰਦਾ ਚਾਹੇ ਬਚਾ ਕੇ ਲੈ ਆਉਣ, ਬਾਕੀ ਦੇ ਵੀ ਮਾਰੇ ਜਾਣਗੇ। ਇਹੋ ਜਿਹੀ ਅਵਸਥਾ ਬਣਾ ਕੇ ਰੱਖ ਦਿੱਤੀ। ਕਿੱਥੇ ਗਿਆ ਉਹ ਸਿਸਟਮ? ਜਦੋਂ ਤੁਸੀਂ ਉੱਥੇ ਕੋਈ ਦਵਾਈ ਨਹੀਂ ਭੇਜਣੀ, ਡਾਕਟਰ ਨਹੀਂ ਭੇਜਣੇ, ਕੱਢੋ ਕਿਹੜੀ ਡਿਸਪੈਂਸਰੀ ਦੇ ਵਿੱਚ, ਕਿਹੜੇ ਸਰਕਾਰੀ ਹਸਪੀਟਲ ਦੇ ਵਿੱਚ ਜਾਣੀ ਤੁਹਾਡਾ BP ਚੈੱਕ ਕਰਨ ਵਾਲਾ ਵੀ ਸਿਸਟਮ ਤੱਕ ਨਹੀਂ ਲੱਭਦਾ। ਉਹ ਵੀ ਜਦੋਂ ਲਾਉਂਦੇ ਨੇ ਪਟਾ ਜਿਹਾ, ਕਦੇ ਲਾਉਂਦੇ ਆ, ਕਦੇ ਲੈ ਗਿਆ, ਕਦੇ ਲਾਉਂਦੇ ਆ, ਕਦੇ ਲੈ ਗਿਆ। ਤੇ ਡਾਕਟਰ ਖੁਦ ਕਹਿੰਦੇ ਨੇ ਵੀ ਇਹ ਦਿਨ ਜਾਣ ਕੇ ਲਿਆਂਦੇ ਨੇ, ਕਿਉਂਕਿ ਇਹ ਲੋਕਾਂ ਨੂੰ ਮਰੀਜ਼ ਨਹੀਂ ਸਮਝਦੇ, ਲੋਕਾਂ ਨੂੰ ਇਹ ਕਸਟਮਰ ਸਮਝਦੇ ਆ। ਕਸਟਮਰ ਨੂੰ ਇਹਨਾਂ ਨੇ ਉਹਨਾਂ ਦੇ ਭੇਜਣਾ, ਉਹਨਾਂ ਦੇ ਵਾੜੇ 'ਚ ਭੇਜਣਾ, ਵੱਡਿਆਂ ਦੇ। ਇਸ ਕਰਕੇ ਇੱਧਰੋਂ ਇਹ ਦਿਨ ਲੈ ਕੇ ਆਉਂਦੇ ਆ। ਅਸੀਂ ਕਿਹਾ ਉਹਨਾਂ ਤੋਮਰਾਂ ਨੂੰ ਤੇ ਉਹਦੇ ਹੋਰ ਲੋਕ ਲਾਣੇ ਨੂੰ ਵੀ ਤੁਸੀਂ ਕਹਿੰਦੇ ਸੀ ਵੀ ਸਰਕਾਰੀ ਬੱਸ ਸੇਵਾ ਅਸੀਂ ਕਿਹੜਾ ਖਤਮ ਕਰਨ ਲੱਗੇ। ਸਰਕਾਰੀ ਬੱਸ ਸੇਵਾ ਤਾਂ ਹੈਗੀ, ਪਰ ਜਦੋਂ ਪੈਰ ਦੇ ਅੱਗੇ ਵੀ ਪਿੱਛੇ ਵੀ ਟਾਈਮ ਸਾਰੇ ਬਾਦਲ ਦੇ ਚੱਲਣਗੇ ਤੇ ਹੋਰਾਂ ਦੇ ਚੱਲਣਗੇ, ਤੇ ਇਸੇ ਤਰ੍ਹਾਂ ਦੇ ਨਾਲ ਵੱਖ ਪ੍ਰਾਈਵੇਟ ਕੰਪਨੀਆਂ ਚੱਲਣਗੀਆਂ। ਕਹਿਣ ਨੂੰ ਰਹੂਗੀ ਸਰਕਾਰੀ ਬੱਸ ਪਿੰਡਾਂ 'ਚ ਲੋਕਲ ਆਉਂਦੀ ਸੀ, 50 ਪੈਸੇ ਦੇ ਕੇ ਅਗਲਾ ਜਲੰਧਰ ਜਾ ਵੜਦਾ ਸੀ, ਕਿਉਂਕਿ ਉਹ ਲੋਕਲ ਬੱਸਾਂ ਵੀ ਖਤਮ, ਸਰਕਾਰੀ ਸਿਸਟਮ ਵੀ ਖਤਮ। ਸੋ ਸੜਕਾਂ ਵੀ ਨਿੱਜੀਆਂ ਪ੍ਰਾਈਵੇਟਾਂ ਨੂੰ ਦਿੱਤੀਆਂ, ਪਾਣੀ ਵੀ ਪ੍ਰਾਈਵੇਟਾਂ ਨੂੰ ਦੇਤਾ, ਬਿਜਲੀ ਵੀ ਪ੍ਰਾਈਵੇਟਾਂ ਨੂੰ ਦੇਤੀ, ਸਾਡੀ ਸਿੱਖਿਆ ਵੀ ਫੜਾਤੀ, ਰੁਜ਼ਗਾਰ ਵੀ ਫੜਾਤਾ, ਬਿਜਲੀ ਬੋਰਡ ਵੀ ਫੜਾਤਾ। ਕੀ ਰਹਿੰਦਾ ਹੁਣ? ਤਾਂ ਮਾੜਾ ਮੋਟਾ ਜਿਵੇਂ ਪੰਛੀ ਚੋਗਾ ਲੈਂਦਾ, ਕਿਵੇਂ ਨਾ ਕਿਵੇਂ ਹੱਥ ਪੱਲਾ ਮਾਰ ਕੇ ਅਸੀਂ ਪੇਟ ਦੀ ਅੱਗ ਬੁਝਾਉਣ ਜੋਗੀ ਥੋੜੀ ਜਿਹੀ ਰੋਟੀ ਖਾਂਦੇ ਆ, ਤੁਸੀਂ ਗਿੜ ਜਾ ਉਹਨੂੰ ਵੀ ਪੈ ਨਿਕਲੀਆਂ। ਇਸ ਕਰਕੇ ਇੱਥੋਂ ਸ਼ੁਰੂ ਹੋਈ ਲੜਾਈ ਇਹ ਵੀ ਕਹੂਗੀ ਕਿ ਸਾਡੇ ਹਿੱਸੇ ਦੀ ਧਰਤੀ ਕਿੱਥੇ ਆ, ਸਾਡੇ ਹਿੱਸੇ ਦੀ ਜ਼ਮੀਨ ਕਿੱਥੇ ਆ, ਸਾਡੇ ਹਿੱਸੇ ਦੀ ਮਸ਼ੀਨ ਕਿੱਥੇ ਆ, ਸਾਡੇ ਹਿੱਸੇ ਦਾ ਦੇਸ਼ ਕਿੱਥੇ ਗਿਆ, ਸਾਡੀ ਆਜ਼ਾਦੀ ਕਿੱਥੇ ਚਲੀ ਗਈ। ਇੱਥੋਂ ਗੱਲ ਅੱਗੇ ਤੁਰੂਗੀ, ਸਗੋਂ ਪਿੱਛੇ ਨਹੀਂ ਮੁੜਦੀ ਹੁਣ। ਸੋ ਇਹਨੇ ਤਾਂ ਸਗੋਂ ਸਾਡੇ